अस्सलाम वालेकुम। मैं व साकब मुश्ताक। चैनल का नाम है साकब की दुनिया 8232। पहले की तरह अज तुहाडे वास्ते एक नवीं ते मुनफरद वीडियो लैके आया। लेज़र क्रॉस जिमींदारां दी एक अहम ज़रूरत है जिहदे नाल ज़मीन नूं पद्धरी, लेवल और हमवार किया जाता। लेज़र दे बारे असीं अज गल करांगे। ਇੱਥੇ ਮੇਰੇ ਇੱਕ ਭਾਈ ਜ਼ਿਮੀਂਦਾਰ ਬੈਠੇ ਹੋਏ ਆ, ਉਹਨਾਂ ਨਾਲ ਗੱਲ ਕਰਾਂਗੇ, ਉਹਨਾਂ ਨੂੰ ਪੁੱਛਾਂਗੇ ਕਿ ਤੁਹਾਨੂੰ ਇਹਦਾ ਕੀ ਫਾਇਦਾ ਹੈ। ਔਰ ਲੇਜ਼ਰ ਕਰਾ ਵਾਲੇ ਭਾਈ ਨਾਲ ਵੀ ਗੱਲ ਕਰਾਂਗੇ, ਉਹਨਾਂ ਨੂੰ ਵੀ ਪੁੱਛਾਂਗੇ ਤੁਸੀਂ ਕਿੰਨੀ ਇਨਵੈਸਟਮੈਂਟ ਕੀਤੀ ਹੈ, ਕਿੰਨਾ ਪ੍ਰੋਫਿਟ ਆ ਰਿਹਾ ਹੈ ਔਰ ਜ਼ਮੀਨ ਲੈਵਲ ਕਰਨ ਦੇ ਕੀ ਫਾਇਦੇ ਨੇ। ਵੀਡੀਓ ਭਾਈ ਪੂਰੀ ਵੇਖਿਓ। ਹੁਣ ਅਜਮਲ ਭਾਈ ਨੂੰ ਪੁੱਛਣਾ ਹੈ ਟਰੈਕਟਰ ਤੋਂ ਕਿਸ ਤਰ੍ਹਾਂ ਉਤਰਿਆ ਜਾਂਦਾ ਹੈ। ਭਾਜੀ ਸਾਡੇ ਹਿਸਾਬ ਨਾਲ ਤੇ ਕਲਾਚਾ ਵਾਲੀ ਸਾਈਡ ਤੋਂ ਉਤਰਨਾ ਚਾਹੀਦਾ ਜੀ। ਉਤਰ ਕੇ ਵਿਖਾਓ ਨਾ। ਭਾਜੀ ਉਤਰ ਗਏ ਆ ਜੀ। ਅੱਛਾ ਚਲੋ। ਜਿਹੜੇ ਬਹੁਤੇ ਉਸਤਾਦ ਹੁੰਦੇ ਆ ਉਹ ਬ੍ਰੇਕਾਂ ਦੀ ਸਾਈਡ ਤੋਂ ਤਾਂ ਚੜ ਜਾਂਦੇ ਆ। ਅੱਛਾ ਹਾਂਜੀ, ਲੇਕਿਨ ਇਸ ਕੰਮ ਠੀਕ ਹੈ ਜਾਂ ਨਹੀਂ? ਕੰਮ ਠੀਕ ਹੈ। ਸੁਣਨ ਤੇ ਇਹ ਹੈ ਨਾ ਕਿ ਕੰਮ ਜਿਹੜੀ ਸਾਈਡ ਬਣਦੀ ਉਧਰਲੀ ਸਾਈਡ ਤੋਂ ਚੜਨਾ ਚਾਹੀਦਾ, ਉਧਰਲੀ ਸਾਈਡ ਤੋਂ ਤੁਰਨਾ ਚਾਹੀਦਾ। ਸਹੀ ਗੱਲ ਹੈ। ਚਲੋ ਬਾਕੀ ਹੁਣ ਤੁਸੀਂ ਖਾ ਪੀ ਲਓ, ਇਸ ਤੋਂ ਬਾਅਦ ਤੁਹਾਡੇ ਕੋਲ ਲੇਜ਼ਰ ਦੇ ਬਾਰੇ ਪੁੱਛਣੇ ਆ ਤੇ ਜਿਹੜੇ ਭਾਈ ਲੇਜ਼ਰ ਕਰਵਾ ਰਹੇ ਆ ਇਹਨਾਂ ਨੂੰ ਵੀ ਪੁੱਛਾਂਗੇ ਵੀ ਇਹ ਕਿਉਂ ਕਰਵਾ ਰਹੇ ਹੋ, ਕੀ ਫਾਇਦੇ ਨੇ ਇਹਦੇ। ਪਹਿਲਾਂ ਤੁਸੀਂ ਖਾ ਪੀ ਲਓ। ਅਸੀਂ ਹੁਣ ਗੱਲ ਕਰਦੇ ਹਾਂ ਭਾਈ ਅਰਸ਼ਦ ਨਾਲ ਜਿਹੜੇ ਕਿ ਇਹ ਪੈਲੀ ਨੂੰ ਲੇਜ਼ਰ ਕਰਾ ਰਹੇ ਆ। अस्सलाम वालेकुम भाजी। ਵਾਲੇਕੁਮ ਅਸਲਾਮ। ਕੀ ਹਾਲ ਜੇ? ਅੱਗੇ ਨਾ ਫਰਕ ਆ। ਅੱਛਾ ਕੀ ਕਰਵਾ ਰਹੇ ਹੋ ਅੱਜ? ਲੇਜ਼ਰ ਕਰਾ ਪੈਲੀ। ਅੱਛਾ ਇਹਦੇ ਜ਼ਰਾ ਸਾਨੂੰ ਦੱਸੋ ਕੀ ਕੀ ਫਾਇਦੇ ਨੇ। ਇਹਦੇ ਫਾਇਦੇ ਆ ਕਿ ਪੈਲੀ ਦੇ ਵਿੰਗ ਚਿੱਬ ਖਤਮ ਹੋ ਜਾਂਦੇ ਜੇ ਬੰਦਾ ਪਾਊਡਰ ਸ਼ੋਡਰ ਲਾ ਲੇ ਜਾਂ ਬੁੱਢੀ ਲਾ ਲੇ ਨਾ, ਮੇਕਅਪ ਕਰਾ ਲੇ ਤੇ ਉਹਦੇ ਡੈਂਟ ਮੁੱਕ ਜਾਂਦੇ ਆ। ਇਹ ਲੇਜ਼ਰ ਕਰਾ ਅਸੀਂ ਸ਼ਾਇਦ ਇਹ ਪੈਲੀ ਨੂੰ ਲੈਵਲ 'ਚ ਕਰ ਦਿੰਦਾ। ਜਦੋਂ ਇਹਨੂੰ ਤੁਸੀਂ ਪਾਣੀ ਲਾਓਗੇ ਨਾ, ਹਾਂਜੀ, ਇੱਕ ਲੈਵਲ ਦਾ ਪਾਣੀ ਖਲੋਏਗਾ, ਇੱਕ ਲੈਵਲ ਦਾ ਵੱਤਰ ਆਏਗਾ। ਹਾਂਜੀ, ਫਸਲ ਕਾਸ਼ਤ ਕਰੋਗੇ ਤੇ ਦੁਬਾਰਾ ਪਾਣੀ ਲਾਓਗੇ, ਹਰ ਪੌਦੇ ਨੂੰ ਉਹਦੇ ਮੁਤਾਬਕ ਉਹਨੂੰ ਪਾਣੀ ਮਿਲੇਗਾ। ਸਹੀ ਹੋ ਗਿਆ। ਇਸ ਤੋਂ ਇਲਾਵਾ ਹੋਰ ਕੀ ਫਾਇਦੇ ਆ ਭਾਈ? ਮਾਲ ਖਰਚ ਕਰੋ, ਹਾਂਜੀ, ਪੈਲੀ ਪੂਲੀ ਅੱਛੀ ਬਣਾਓ, ਅੱਲਾ ਰੋਜ਼ੀ ਦਿੰਦਾ ਜੀ, ਰਿਜ਼ਕ 'ਚ ਬਰਕਤ ਪਾਉਂਦਾ, ਮਾਸ਼ਾਅੱਲਾ ਫਸਲ ਅੱਛੀ ਹੋ ਜਾਂਦੀ ਹੈ। ਭਾਈ ਅਰਸ਼ਦ ਜ਼ਿਮੀਂਦਾਰਾਂ ਨੂੰ ਵੀ ਇਹ ਮੈਸੇਜ ਦਿਓ ਨਾ ਇਹਦੇ ਬਾਰੇ ਕਿ ਲੈਵਲ ਕਰਾਇਆ ਕਰਨਾ। ਜਿਹੜਾ ਬੰਦਾ ਕਪੈਸਿਟੀ ਰੱਖਦਾ ਉਹ ਇਨਸ਼ਾਅੱਲਾ ਲੇਜ਼ਰ ਜ਼ਰੂਰ ਕਰਵਾਏ। ਲੇਜ਼ਰ ਦਾ ਫਾਇਦਾ ਆ, ਨੁਕਸਾਨ ਨਹੀਂ, ਕਿਉਂਕਿ ਲੈਵਲ ਇੱਕ ਹੋ ਜਾਂਦਾ। ਪੈਲੀ 'ਚ ਪਾਣੀ ਦੀ ਮਿਕਦਾਰ ਇੱਕ ਜੈਸੀ ਪਏਗੀ ਤਾਂ ਫਸਲ ਅੱਛੀ ਹੋਏ। ਫਸਲ ਕਿਸ ਤਰ੍ਹਾਂ ਅੱਛੀ ਹੁੰਦੀ ਹੈ? ਫਸਲ ਇਸ ਤਰ੍ਹਾਂ ਅੱਛੀ ਹੁੰਦੀ ਹੈ ਨਾ, ਇੱਕ ਪੈਲੀ ਉਹਦਾ ਲੈਵਲ ਹੀ ਨਹੀਂ ਸਹੀ, ਇੱਕ ਨੁੱਕਰ 'ਚ ਪਾਣੀ ਜ਼ਿਆਦਾ ਖਲੋ ਗਿਆ, ਇੱਕ 'ਚ ਘੱਟ ਖਲੋ ਗਿਆ, ਘਾਟ ਵਾਲੀ ਸੁੱਕ ਜਾਣੀ ਆ, ਜਿਹਦੇ 'ਚ ਪਾਣੀ ਖਲੋ ਗਿਆ ਉਹ ਡੁੱਬ ਜਾਣੀ ਆ। ਸਹੀ ਗੱਲ ਹੈ। ਹਾਂ, ਇਸ ਵਜ੍ਹਾ ਤੋਂ ਪਾਣੀ ਲੈਵਲ ਨਾਲ ਖਲੋਏਗਾ, ਪੌਦਾ ਅੱਛੀ ਗਰੋਥ ਕਰੇਗਾ। ਕਿੰਨੀ ਦੇਰ ਬਾਅਦ ਲੈਵਲ ਕਰਾਉਣਾ ਪੈਂਦਾ ਹੈ? ਲੈਵਲ ਜੀ ਤੁਹਾਡੀ ਜ਼ਮੀਨ ਤੇ ਮੁਨਸਰ ਹੈ। ਅਗਰ ਪੱਕੀ ਪੈਲੀ ਆ ਤਾਂ ਤੁਸੀਂ 1 ਸਾਲ ਵੀ ਨਾ ਕਰੋ, ਕੋਈ ਮਸਲਾ ਨਹੀਂ। ਅੱਛਾ, ਅਗਰ ਤੁਹਾਡੀ ਜ਼ਮੀਨ ਆ ਰੇਤਲੀ ਮੈਰਾ, ਜਿਹਦੇ 'ਚ ਟਰੈਕਟਰ ਹਲ ਵਾਉਂਦਿਆ ਹੋਇਆ ਮੁੜਦਾ ਤੇ ਮਿੱਟੀ ਨੁੱਕਰਾਂ ਉੱਚੀਆਂ ਨੀਵੇਂ ਕਰ ਦਿੰਦਾ, ਹਾਂਜੀ, ਉਹਨੂੰ ਜਲਦੀ ਕਰਾਉਣਾ ਚਾਹੀਦਾ। ਉਹਦਾ ਬਹੁਤਾ ਫਿਰ ਜੇ ਲੇਜ਼ਰ ਤੇ ਕੋਈ ਹਰ ਸਮਾਈ ਤੇ ਉਹਨੂੰ ਲੇਜ਼ਰ ਫਿਰ ਜੇ ਮੈਰਾ ਜ਼ਮੀਨ ਨੂੰ। ਅੱਛਾ, ਇੱਕ ਤਾਂ ਖਰਚ ਕਮ ਹੁੰਦਾ, ਦੂਸਰਾ ਲੈਵਲ ਸੈੱਟ ਹੋ ਜਾਂਦਾ। ਪੱਕੀ ਜ਼ਮੀਨ ਨੂੰ 2 ਸਾਲ ਵੀ ਨਾ ਫੇਰੋ ਤਾਂ ਕੋਈ ਨਹੀਂ। ਇੱਕ ਵਾਰੀ ਹੁਣ ਫਿਰ ਗਿਆ ਨਾ ਮੇਰੀ ਪੱਕੀ ਜ਼ਮੀਨ ਹੈ, ਹਾਂਜੀ, ਇਨਸ਼ਾਅੱਲਾ 2 ਸਾਲ ਅੱਗੇ ਵੀ 3-4 ਸਾਲ ਹੋ ਗਏ ਨੇ ਤੇ ਜ਼ਰਾ ਵੀ ਫਰਕ ਨਹੀਂ ਨਿਕਲਿਆ। ਅੱਛਾ, ਤੁਸੀਂ ਉਹਨੂੰ ਕਿੰਨੇ ਏਕੜ ਕਰਾ ਰਹੇ ਹੋ? ਮੈਂ ਫਿਲਹਾਲ 1 ਏਕੜ ਹੀ ਵਿਹਲਾ ਹੋਇਆ ਸੀ ਤੇ ਉਹਨੂੰ ਹੀ ਕਰਵਾ ਰਿਹਾ। ਅੱਛਾ, ਇਹ ਕਿੰਨਾ ਕੁ ਖਰਚਾ ਆ ਜਾਂਦਾ ਪੈਲੀ ਤੇ ਜੀ? ਯਾਰ ਪੈਲੀ ਤੇ ਹੁਣ ਮੇਰੇ ਖਿਆਲ 3500-4000 ਰੁਪਏ ਘੰਟਾ ਲੇਜ਼ਰ ਦਾ, ਹਾਂਜੀ, ਤੇ ਬਾਕੀ ਆਪ ਤਿਆਰ ਕਰਨੇ। ਜਿਹੜਾ ਰੂਟਾਵੇਟਰ ਮਾਰੋ, ਦੂਰ ਤੇਰ ਹਲਾਂ ਦੀ ਸੁਰਨ ਵਾਲੇ ਪੈਲੀ ਜਿੰਨੀ ਤੁਸੀਂ ਹਲਾਂ ਨਾਲ ਪੁੱਟੋਗੇ, ਜਿੰਨੀ ਪੈਲੀ ਬਰੀਕ ਕਰੋਗੇ ਉਨਾ ਹੀ ਤੁਹਾਡਾ ਫਾਇਦਾ। ਅੱਛਾ, ਦੂਸਰਾ ਇਹ ਦੱਸੋ ਵੀ ਇਸ ਵਕਤ ਕਿਸਾਨਾਂ ਦੇ ਕੀ ਹਾਲਾਤ ਚੱਲਦੇ ਪਏ, ਬਿਹਤਰ ਨੇ ਜਾਂ? ਕਿਸਾਨਾਂ ਦੇ ਹਾਲਾਤ ਫੁੱਟ ਵਾਲੇ ਨੇ ਅਜੇ ਤੇ। ਅੱਛਾ, ਕੀ ਮਤਲਬ ਫੁੱਟ ਦਾ ਜੀ? ਉਹ ਮੈਂ ਇੱਕ ਵੀਡੀਓ ਬਣਾਈ ਸੀ ਨਾ ਫੁੱਟ ਵਾਲੀ, ਹਾਂਜੀ, ਸਹੀ ਮੁਖਲਸ ਬੰਦਾ, ਸਹੀ ਲੇਜ਼ਰ ਕਰਨ ਵਾਲਾ ਡਰਾਈਵਰ ਆ, ਹਾਂਜੀ, ਉਹ ਕਦੀ ਵੀ ਕਿਸੇ ਨੇ ਬੇਈਮਾਨੀ ਨਹੀਂ ਕਰਦਾ। ਉਹ ਆਪਣਾ ਕੋਸ਼ਿਸ਼ ਕਰਦਾ ਕਿ ਮੈਂ ਜਿਹੜਾ ਨਾ ਘੱਟ ਤੋਂ ਘੱਟ ਟਾਈਮ 'ਚ ਇਹਦੀ ਪੈਲੀ ਕਲੀਅਰ ਕਰਦਾ। ਸਹੀ ਹੋ ਗਿਆ। ਇਹ ਜਿਹੜੇ ਹੁਣ ਭਾਈ ਲਾਏ ਹੋਏ ਤਜਰਬਾਕਾਰ ਨੇ, ਇਹਨਾਂ ਦਾ ਬਹੁਤ ਜ਼ਿਆਦਾ ਤਜਰਬਾ ਜੀ। ਸਨ 11 ਤੋਂ ਲੇਜ਼ਰ 15 ਸਾਲ ਹੋ ਗਏ ਲੇਜ਼ਰ ਦਾ ਕੰਮ ਕਰਦੇ। ਅੱਛਾ, ਵਾਹ ਜੀ ਵਾਹ, ਯਾਨੀ ਕਿ ਘੱਟ ਤੋਂ ਘੱਟ ਟਾਈਮ ਇਹ ਲਾਉਂਦੇ ਨੇ। ਹਾਂ, ਇਹ ਹੁਣ ਪੈਲੀਆਂ ਖਰਾਬ ਬਹੁਤ ਹੁੰਦੀਆਂ, ਲੈਵਲ 'ਚ ਪੈਲੀ ਖਰਾਬ ਹੋਵੇ ਤਾਂ ਫਿਰ ਉਹ 4-4 ਘੰਟੇ ਟਾਈਮ ਲੱਗਦਾ ਵੇਖਿਆ ਇੱਕ ਪੈਲੀ 'ਚ। ਅੱਛਾ ਭਾਈ, ਇਹ ਸਾਨੂੰ ਹੁਣ ਟਾਈਮ ਦੇ ਦੇਣਗੇ ਅਗਰ ਇਹਨਾਂ ਕੋਈ ਆਪਾਂ ਥੋੜਾ ਲੇਜ਼ਰ ਦੇ ਬਾਰੇ ਪੁੱਛ ਲਈਏ? ਹਾਂ, ਟਾਈਮ ਦੇ ਦੇਣਗੇ, ਕਿਉਂ ਨਹੀਂ ਦੇਣਗੇ ਜੀ ਟਾਈਮ। ਤੁਸੀਂ ਹਾਂ ਬਿਲਕੁਲ ਆ ਗਿਆ ਟਰੈਕਟਰ ਤੇ ਇਹਨੂੰ ਖਿਲਾਰੋ ਤੇ ਇਹਦੇ ਕੋਲ ਇੰਟਰਵਿਊ ਲਓ। ਠੀਕ ਹੋ ਗਿਆ ਭਾਈ, ਤੁਸੀਂ ਟਾਈਮ ਦਿੱਤਾ, ਤੁਹਾਡੀ ਬੜੀ ਮਿਹਰਬਾਨੀ ਜੀ, ਸ਼ੁਕਰੀਆ। ਬਾਕੀ ਹੁਣ ਮਿਲਦੇ ਹਾਂ ਲੇਜ਼ਰ ਕਰਾ ਵਾਲੇ ਨੂੰ। ਤੁਸੀਂ ਖਾਓ ਨਿੰਮਕੋ, ਕਰੋ ਇੰਜੋਏ। ਹੁਣ ਅਸੀਂ ਲੇਜ਼ਰ ਕਰਾ ਵਾਲੇ ਭਾਈ ਨਾਲ ਗੱਲ ਕਰਦੇ ਹਾਂ। ਤੁਸੀਂ ਵੀ ਕਮੈਂਟਸ ਦੱਸਿਓ ਸਹੀ ਲੈਵਲ ਕਰ ਰਹੇ ਨੇ।
ਆਜੋ ਭਾਜੀ ਥੱਲੇ ਉਤਰੋ 2 ਮਿੰਟ ਸਾਨੂੰ ਟਾਈਮ ਦੇ ਦਿਓ ਗੱਡੀ ਬੰਦ ਹੀ ਕਰ ਲਓ ਹਾਂਜੀ ਭਾਜੀ अस्सलाम वालेकुम जी ਵਾਲੇਕਮ ਸਲਾਮ ਜੀ ਕੀ ਹਾਲ ਨੇ ਤੁਹਾਡੇ ਠੀਕ ਹੈ ਭਾਜੀ ਅਲਹਮਦੁਲਿਲਾ ਜੀ ਅੱਛਾ ਭਾਈ ਤੁਸੀਂ ਲੇਜ਼ਰ ਕਰਾ ਕਰ ਰਹੇ ਹੋ ਅਸੀਂ ਅੱਜ ਤੁਹਾਡੇ ਕੋਲ ਲੇਜ਼ਰ ਦੇ ਬਾਰੇ ਪੁੱਛਾਂਗੇ ਹਾਂਜੀ ਜੀ ਤੇ ਟੋਟਲ ਕਿੰਨੇ ਪੈਸੇ ਲਾਏ ਹੋਏ ਟਰੈਕਟਰ ਤੇ ਲੇਜ਼ਰ ਤੇ ਕਿੰਨਾ ਕੁ ਪੈਸਾ ਕਮਾ ਰਹੇ ਹੋ ਇਹ ਸਾਰਾ ਕੁਝ ਅੱਜ ਤੁਹਾਡੇ ਕੋਲ ਪੁੱਛਾਂਗੇ ਤੇ ਤੁਸੀਂ ਸਾਨੂੰ ਦੱਸੋਗੇ ਕਿੰਨੀ ਦੇਰ ਤੋਂ ਕਰ ਰਹੇ ਹੋ ਭਾਜੀ ਅਸਾਂ ਸਨ 11 ਤੋਂ ਲੇਜ਼ਰ ਲਿਆ ਉਦੋਂ ਦਾ ਕੰਮ ਕਰ ਰਹੇ ਹਾਂ ਜੀ ਅੱਛਾ ਤੇ ਇਹਦਾ ਕੀ ਤਰੀਕਾ ਕਾਰ ਹੈ ਕਿ ਘੰਟੇ ਦੇ ਹਿਸਾਬ ਨਾਲ ਚੱਲਦੇ ਜਾਂ ਠੇਕਾ ਹੀ ਮੁਕਾਉਂਦੇ ਹੋ ਪੈਲੀ ਦਾ ਨਹੀਂ ਜੀ ਅਸਾਂ ਘੰਟੇ ਦੇ ਹਿਸਾਬ ਨਾਲ ਚੱਲਦੇ ਹਾਂ ਜ਼ਿਮੀਦਾਰ ਕਈ ਕਹਿੰਦੇ ਆ ਕਿ ਸਾਡੇ ਨਾਲ ਠੇਕਾ ਕਰ ਲਓ ਬਹਰਹਾਲ ਅਸਾਂ ਠੇਕਾ ਨਹੀਂ ਕਰਦੇ ਸਾਡੀ ਗੱਲ ਸਮਝ 'ਚ ਨਹੀਂ ਆਉਂਦੀ ਅੱਛਾ ਅਸਾਂ ਘੰਟਿਆਂ ਦੇ ਹਿਸਾਬ ਨਾਲ ਹੀ ਚੱਲਦੇ ਹਾਂ ਜੀ ਇਸ ਵਕਤ ਘੰਟੇ ਦਾ ਕੀ ਹਿਸਾਬ ਚੱਲ ਰਿਹਾ ਹੈ ਇਸ ਟਾਈਮ ਮੌਜੂਦਾ 3000 ਚੱਲ ਰਿਹਾ ਜੀ ਤੇ ਤੁਸੀਂ ਇਹ ਟੋਟਲ ਲੇਜ਼ਰ ਔਰ ਟਰੈਕਟਰ ਤੇ ਕਿੰਨੀ ਇਨਵੈਸਟਮੈਂਟ ਕੀਤੀ ਹੋਈ ਹੈ ਇਨਵੈਸਟਮੈਂਟ ਤਾਂ ਸਾਡੀ ਕਾਫੀ ਦੇਰ ਦੀ ਹੋਈ ਆ ਲੇਜ਼ਰ ਅਸਾਂ ਸਨ 11 ਚ ਲਿਆ ਸੀ ਉਦੋਂ ਅੱਛਾ 4,60,000 ਦਾ ਟ੍ਰਿੰਬਲ ਦਾ ਅੱਛਾ ਤੇ ਟਰੈਕਟਰ ਉਦੋਂ ਸਾਡੇ ਕੋਲ 640 ਸੀ ਅੱਛਾ ਉਦੋਂ 7,18,000 ਦਾ ਸਾਨੂੰ ਟਰੈਕਟਰ ਲਿਆ ਸੀ ਹਾਂਜੀ ਉਦੋਂ ਦੀ ਬਾਅਦ ਇਨਵੈਸਟਮੈਂਟ ਹੋਈ ਆ ਤੇ ਆਸਤਾ ਆਸਤਾ ਫਿਰ ਲੇਜ਼ਰ ਤੇ ਸਾਡੇ ਕੋਲ ਉਹੀ ਆ ਟਰੈਕਟਰ ਅਸਾਂ ਚੇਂਜ ਕਰਦੇ ਰਹਿੰਦੇ ਆ ਅੱਛਾ ਅੱਛਾ ਹਾਂਜੀ ਤੇ ਇਸ ਵਕਤ ਲੇਜ਼ਰ ਦਾ ਕੀ ਰੇਟ ਜੇ ਲੇਜ਼ਰ ਤਕਰੀਬਨ ਜਿਹੜਾ ਇਹਦੇ ਨਾਲ ਦਾ ਟ੍ਰਿੰਬਲ ਦਾ ਨਵਾਂ 14.5 ਲੱਖ ਦੇ ਅੰਦਰ ਬਾਹਰ ਹੈ ਅੱਛਾ ਅੱਛਾ ਤੁਹਾਡੀ ਕੀ ਕੋਸ਼ਿਸ਼ ਹੁੰਦੀ ਹੈ ਕਿ ਜਲਦੀ ਪਹਿਲੀ ਲੈਵਲ ਕਰੀਏ ਕਿ ਟਾਈਮ ਜ਼ਿਆਦਾ ਵੀ ਲਾ ਲੈਂਦੇ ਹੋ ਨਹੀਂ ਸਾਡੀ ਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਹੜਾ ਹੱਕ ਅੱਲਾ ਦਾ ਟਾਈਮ ਬਣਦਾ ਉਹ ਹੀ ਲਾਉਣਾ ਚਾਹੀਦਾ ਨਜਾਇਜ਼ ਨਹੀਂ ਕਰਨੀ ਚਾਹੀਦੀ ਨਾ ਸਾਡੇ ਕੋਲ ਹੁੰਦੀ ਆ ਬਿਲਕੁਲ ਇਸ ਤਰ੍ਹਾਂ ਹੋਣਾ ਚਾਹੀਦਾ ਜੀ ਹਾਂਜੀ ਜਿਹੜਾ ਸੁਲਨ ਟਾਈਮ ਬਣਦਾ ਆ ਉਹ ਹੀ ਅਸਾਂ ਲਾਉਂਦੇ ਆ ਜੀ ਯਾਨੀ ਕਿ ਜਿਹੜਾ ਲੈਵਲ ਭਾਈ ਕਰਵਾਉਂਦੇ ਤੁਹਾਡੇ ਤੇ ਮੁਤਮਨ ਨੇ ਬਿਲਕੁਲ ਹਾਂਜੀ ਅਲਹਮਦੁਲਿਲਾ ਜੀ ਅੱਛਾ ਇਸ ਤੋਂ ਇਲਾਵਾ ਤੁਸੀਂ ਆਪਣਾ ਲੇਜ਼ਰ ਸਾਨੂੰ ਵਿਖਾਓ ਹਾਂਜੀ ਆਜੋ ਜੀ ਦੇਖ ਲਓ ਜੀ ਲਓ ਜੀ ਇਹ ਲੇਜ਼ਰ ਹੈ ਸਾਡੇ ਲੇਜ਼ਰ ਦੀ ਕੰਡੀਸ਼ਨ ਹੈ ਜੀ 11 ਮਾਡਲ ਹੈ ਜੀ ਅੱਛਾ ਇਹ ਭਾਈ ਵੱਡੇ ਛੋਟੇ ਵੀ ਹੁੰਦੇ ਕਿ ਇੱਕੋ ਲੈਵਲ ਦੇ ਆ ਇਹ ਪਹਿਲੇ ਤੇ ਇੱਕੋ ਲੈਵਲ ਦੇ ਆਉਂਦੇ ਸੀ 8 ਫੁੱਟ ਜੀ ਹਾਂਜੀ ਆਣ ਕੇ ਆ 22 23 ਸਾਲ ਤੋਂ ਸ਼ੁਰੂ ਹੋ ਗਏ ਆ ਉਹ ਮਲਟੀ ਲੇਜ਼ਰ ਵਾਲੇ ਆ ਉਹ 12 ਫੁੱਟਾ ਵੀ ਬਣਾ ਰਹੇ ਆ ਫੋਲਡਿੰਗ ਵਾਲਾ ਵੀ ਬਣਾ ਰਹੇ ਆ ਅੱਛਾ ਹਾਂਜੀ ਹੁਣ ਕਾਫੀ ਜਿੱਦਤ ਆ ਗਈ ਆ ਹੁਣ ਗਾਂ ਨਵੀਂ ਟੈਕਨੋਲੋਜੀ ਆ ਗਈ ਆ ਅੱਛਾ ਹਾਂਜੀ ਅੱਛਾ ਇਹ ਇਸ ਤੋਂ ਇਲਾਵਾ ਹੋਰ ਕੀ ਸਿਸਟਮ ਹੈ ਇਹਦਾ ਨਾਲ ਕੀ ਹੁੰਦਾ ਹੈ ਬਸ ਆ ਮਸ਼ੀਨਾਂ ਵਗੈਰਾ ਲੱਗੀ ਇੱਕ ਉੱਪਰ ਇੱਕ ਉਧਰ ਤਰਪਾਈ ਤੇ ਲੱਗੀ ਆ ਬਾਕੀ ਅੱਛਾ ਉਹ ਜਿਹੜੀ ਲੱਗੀ ਹੈ ਉਹਦਾ ਕੀ ਫੰਕਸ਼ਨ ਹੈ ਉਹ ਹੀ ਆ ਜੀ ਲੈਵਲ ਸਾਰਾ ਕੁਝ ਕਰਦੀ ਹੈ ਜੀ ਉਹਦਾ ਹੀ ਕੰਮ ਹੈ ਜੀ ਅੱਛਾ ਅੱਛਾ ਇਹ ਬਿਜਲੀ ਤੇ ਚੱਲਦੀ ਜਾਂ ਸੈੱਲ ਪੈਂਦੇ ਆ ਬੈਟਰੀ ਪਹਿਲੇ ਸੈੱਲ ਪੈਂਦੇ ਸੀ ਅਸਾਂ ਤੇ ਇਹਨੂੰ ਬੈਟਰੀ ਤੇ ਕੀਤਾ ਆ ਸਪਰੇ ਵਾਲੀ ਮਸ਼ੀਨ ਦੀ ਜਿਹੜੀ ਬੈਟਰੀ ਹੁੰਦੀ ਆ ਹਾਂਜੀ ਉਹ ਸਪਾਈ ਆ ਨਾਲ ਰੱਖੀ ਆ ਹਾਂਜੀ ਜਦੋਂ ਵੇਖੇ ਕਰਕੇ ਤੇ ਅਗਲੇ ਦੇ ਰਕਬੇ 'ਚ ਜਾਇਦਾ ਕਰਨ ਵਾਸਤੇ ਉਹ ਨਾਲ ਟਰੈਕਟਰ ਤੇ ਚਾਰਜਿੰਗ ਲਾ ਦੇਈਦੀ ਆ ਉਹ ਚਾਰਜਿੰਗ ਨਾਲ ਹੁੰਦੀ ਰਹਿੰਦੀ ਆ ਨਾਲ ਕੰਮ ਚੱਲਦਾ ਰਹਿੰਦਾ ਅਸਾਂ ਤੇ ਸਿਸਟਮ ਕੀਤਾ ਸਾਲ ਫਿਰ ਮਹਿੰਗੇ ਪੈਂਦੇ ਆ ਸਾਲ ਤਕਰੀਬਨ 500 ਰੁਪਈਆ ਦੇ ਹੁੰਦੇ ਆ ਹੁਣ ਅੱਛਾ ਅੱਛਾ ਭਾਈ ਇੱਕ ਘੰਟੇ 'ਚ ਤਕਰੀਬਨ ਕਿੰਨਾ ਤੇਲ ਲੱਗ ਜਾਂਦਾ ਹੈ 1 ਘੰਟੇ 'ਚ ਤਕਰੀਬਨ ਜਿਹੜਾ ਨਾ ਜੀ ਫਿਰ ਤੁਰ ਕੇ ਜਿਹੜਾ ਕੰਮ ਕਰੀਏ ਨਾ 5 ਲੀਟਰ ਤੇਲ ਖਾ ਜਾਂਦਾ ਜੀ ਇਹ ਲੇਜ਼ਰ ਤੇ ਬੰਗ ਟਰੈਕਟਰ ਲੇਜ਼ਰ ਤੇ ਹਾਂਜੀ ਲੇਜ਼ਰ ਤੇ 85 ਦਾ ਨਹੀਂ 85 6 ਨੂੰ ਟੱਚ ਕਰਦਾ ਜੀ ਫਿਰ ਤੁਰ ਕੇ ਕਰਨ ਤੇ ਨਾ ਜੀ 85 6 ਲੀਟਰ ਖਾ ਜਾਂਦਾ ਪ੍ਰੋਫਿਟ ਕਿੰਨੀ ਨਫਾ ਕਿੰਨਾ ਤਕਰੀਬਨ 1 ਘੰਟਾ ਅਗਰ ਲੇਜ਼ਰ 3000 ਲੈ ਰਹੇ ਆ ਤੇ ਡੀਜ਼ਲ ਦਾ ਹਿਸਾਬ ਲਾ ਲਓ 5 ਲੀਟਰ ਖਰਚਾ ਹੁੰਦਾ ਮੋਬਾਈਲ ਬਾਕੀ ਡਰਾਈਵਰ ਦਾ ਖਰਚਾ ਆ ਗਿਆ ਪਿੱਛੇ ਯਾਨੀ ਟੋਟਲ ਕਿੰਨੀ ਇਨਵੈਸਟਮੈਂਟ ਹੈ ਇਨਵੈਸਟਮੈਂਟ ਤਕਰੀਬਨ ਸਾਡੀ ਇਸ ਟਾਈਮ ਜਿਹੜਾ ਮੌਜੂਦਾ ਹਾਲਤ 'ਚ ਜਿਹੜਾ ਖਲੋਤਾ ਤਕਰੀਬਨ 32-33 ਲੱਖ ਦਾ ਹੋ ਹਾਂਜੀ 32-33 ਲੱਖ ਭਾਈ ਉਹਨਾਂ ਨੇ ਲਾਇਆ ਹੋਇਆ ਤੇ 1 ਘੰਟੇ 'ਚ ਤਕਰੀਬਨ 1500 ਰੁਪਏ ਪ੍ਰੋਫਿਟ ਹੋ ਜਾਂਦੀ ਹੈ ਨਹੀਂ ਹੁੰਦੇ ਜੀ 1000 ਮਸਾਂ ਬਚਦਾ ਜੀ ਡਰਾਈਵਰ ਦਾ ਖਰਚਾ ਗੱਡੀ ਦਾ ਮੋਬਾਈਲ ਦਾ ਅੱਗਾ ਪਿੱਛਾ ਡੀਜ਼ਲ ਦਾ ਲਾ ਲਓ ਹਿਸਾਬ ਜੀ ਕਿੱਥੇ ਜਾਂਦਾ ਅੱਛਾ ਇਸ ਤੋਂ ਇਲਾਵਾ ਤੁਸੀਂ ਜ਼ਿਮੀਂਦਾਰਾਂ ਭਾਈਆਂ ਨੂੰ ਜਿਹੜੇ ਤੁਹਾਡੇ ਕੋਲ ਲੇਜ਼ਰ ਕਰਾਉਂਦੇ ਆ ਹਾਂਜੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਹ ਕਹਿਣਾ ਚਾਹੁੰਦੇ ਆ ਕਿ ਪੈਲੀ ਜਿਹੜੀ ਅੱਛੇ ਤਰੀਕੇ ਨਾਲ ਤਿਆਰ ਕੀਤੀ ਜਾਵੇ ਹੁਣ ਜ਼ਿਮੀਂਦਾਰ ਕਈ ਆ ਕੇ ਗਲਤ ਬਿਆਨੀ ਕਰਦੇ ਆ ਹਾਂਜੀ ਇਹ ਕਾਰ ਸੀਨ ਲਾ ਕੇ ਨਾ ਇੱਕ ਹਲਾਂ ਦੀ ਉੱਤੇ ਰੂਟਾਵੇਟਰ ਮਾਰ ਕੇ ਕਹਿੰਦੇ ਐਸਾ ਦੌਰ ਲਾਈ ਆ ਮੁੜ ਕੇ ਜਦੋਂ ਪਹਿਲੀ ਰੰਬੜ ਵੱਜਦੀ ਉਤੋਂ ਮਿੱਟੀ ਖਿੱਚੀ ਜਾਂਦੀ ਥੱਲੋਂ ਸਖਤ ਨਿਕਲ ਆਉਂਦੀ ਆ ਤੇ ਫਿਰ ਜਦੋਂ ਟਰੈਕਟਰ ਤੁਰਦਾ ਨਹੀਂਗਾ ਕਰਾ ਮਗਰੋਂ ਜਿਹੜਾ ਬਬਲਿੰਗ ਕਰਦਾ ਅੱਛਾ ਤੇ ਮੁੜ ਕੇ ਜ਼ਿਮੀਂਦਾਰ ਕਹਿੰਦੇ ਕਿ ਤੁਸੀਂ ਗੱਡੀ ਨਹੀਂ ਤੋਰਦੇ ਹੁਣ ਗੱਡੀ ਕੀ ਤੋਰੀਏ ਜਦੋਂ ਕਰਾ ਹੀ ਮਗਰੋਂ ਬਬਲਿੰਗ ਕਰਦਾ ਜ਼ਮੀਨ ਪੋਲੀ ਹੋਏਗੀ ਤੇ ਕਰਾ ਬਬਲਿੰਗ ਕਰਨੋਂ ਹਟੇਗਾ ਜੀ ਹਾਂ ਸਹੀ ਗੱਲ ਹੈ ਅੱਛਾ ਇਹ ਜਿਹੜੀ ਪੈਲੀ 'ਚ ਤੁਸੀਂ ਕਰ ਰਹੇ ਹੋ ਇਹ ਠੀਕ ਸੀਗੀ ਹਾਂਜੀ ਬਿਲਕੁਲ ਠੀਕ ਤਿਆਰ ਹੋਈ ਸੀ ਮਾਸ਼ਾਅੱਲਾ ਅੱਛਾ ਇਹ ਤੇ ਘੱਟ ਟਾਈਮ ਲੱਗੇਗਾ ਘੱਟ ਟਾਈਮ ਹੀ ਘੱਟ ਲੱਗੇਗਾ ਔਰ ਸਫਾਈ ਵੀ ਜ਼ਿਆਦਾ ਆਏਗੀ ਔਰ ਪੈਲੀ ਵੀ ਲੈਵਲ ਬਿਹਤਰੀਨ ਹੋਏਗੀ ਇਹ 'ਚ ਤੁਹਾਨੂੰ ਵੀ ਫਾਇਦਾ ਤੇ ਮਾਲਕ ਨੂੰ ਵੀ ਫਾਇਦਾ ਹੈ ਹਾਂਜੀ ਦੋਵੇਂ ਘਰਾਂ ਨੂੰ ਜੀ ਸਾਡੀ ਫਿਰ ਗੱਡੀ ਨਹੀਂ ਤੰਗ ਹੁੰਦੀ ਫਿਰ ਜਦੋਂ ਗੰਦ ਵਗੈਰਾ ਆ ਜਾਂਦਾ ਨਾ ਕਰਾ ਬਲੇਡ ਦੇ ਥੱਲੇ ਅੱਛਾ ਤੇ ਫਿਰ ਉਹ ਨਾ ਕਰਾ ਮਿੱਟੀ ਸੁੱਟਦਾ ਆ ਨਾ ਚੁੱਕਦਾ ਆ ਤੇ ਉਹ ਫਿਰ ਇਹਦੀ ਵਜ੍ਹਾ ਤੋਂ ਟਰੈਕਟਰ ਦਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਜੀ
ਅਰੇ ਕੀ ਫਾਇਦੇ ਨੇ ਲੈਵਲ ਕਰਾਉਣ ਦੇ ਤੋਂ ਨਹੀਂ ਇਹਦੇ ਫਾਇਦੇ ਆ ਕਿ ਜ਼ਮੀਨ ਜਿਹੜੀ ਆ ਪੱਧਰਾ ਪਾਣੀ ਲੱਗਦਾ, ਪੱਧਰੀ ਲੈਵਲ ਹੁੰਦੀ ਆ ਉਹਦੀ ਵਜ੍ਹਾ ਤੋਂ ਪੱਧਰਾ ਪਾਣੀ ਲੱਗਦਾ, ਉਸ ਤੋਂ ਬਾਅਦ ਪੱਧਰੀ ਵੱਤਰ ਹੁੰਦੀ ਆ ਤੇ ਫਸਲ ਆਟੋਮੈਟਿਕ ਜ਼ਿਆਦਾ ਹੁੰਦੀ ਆ ਜੀ। ਅਗਰ ਕੋਈ ਭਾਈ ਇਹ ਕੰਮ ਸ਼ੁਰੂ ਕਰਨਾ ਚਾਹਵੇ ਤੇ ਇਸ ਵਕਤ ਕਿੰਨੀ ਇਨਵੈਸਟਮੈਂਟ ਹੋਣੀ ਚਾਹੀਦੀ ਉਹਦੇ ਕੋਲ? ਦੇਖ ਲਓ ਕਿ ਬਾਕੀ ਮੁਖਤਲਿਫ ਕੰਪਨੀਆਂ ਨੇ ਕਰਾਇਆ 5-6 ਲੱਖ ਤੋਂ ਸ਼ੁਰੂ ਹੋ ਜਾਂਦਾ ਤੇ ਜੇ ਟ੍ਰਿੰਬਲ ਲੈਣਾ ਤੇ ਟ੍ਰਿੰਬਲ ਤੇ ਫਿਰ 14.5 ਦੇ ਅੰਦਰ ਬਾਹਰ ਹੀ ਮਿਲਣਾ ਜੀ। 50 ਲੱਖ ਚ ਚੱਲ ਸਕਦਾ ਨਿਜ਼ਾਮ? ਨਹੀਂ 50 ਤੋਂ ਥੱਲੇ ਵੀ ਚੱਲ ਸਕਦਾ। ਹੁਣ ਸਾਡੇ ਪਿੰਡ ਹੁਣ ਨਵਾਂ ਲੇਜ਼ਰ ਆਇਆ, ਉਹ ਲੇਜ਼ਰ ਲੈ ਕੇ ਆਏ ਆ, ਚੱਲਦੇ ਉਹਨੇ ਟਰੈਕਟਰ ਲਿਆ, ਉਹਨੇ ਤਕਰੀਬਨ ਕੋਈ 20-25 ਲੱਖ ਦੇ ਵਿੱਚ ਆਪਣਾ ਸਿਸਟਮ ਰੇਲ ਲਿਆ। ਅੱਛਾ, ਯਾਨੀ ਕਿ ਇਹਦੇ ਬਾਰੇ ਇਹ ਦੱਸੋ ਨਾ ਵੀ ਅਗਰ ਕੋਈ ਕਰਨਾ ਚਾਹਵੇ ਉਹਦੇ ਚ ਫਾਇਦਾ ਹੈਗਾ ਜਾਂ ਨਹੀਂ ਹੈਗਾ? ਫਾਇਦਾ ਤੇ ਹੈਗਾ ਸੀ, ਪਹਿਲੇ ਫਾਇਦਾ ਸੀ, ਹੁਣ ਫਾਇਦਾ ਨਹੀਂ ਹੈਗਾ। ਹੁਣ ਜਿਹੜੇ ਇਹਨਾਂ ਲੇਜ਼ਰ ਜ਼ਿਆਦਾ ਹੋ ਗਏ ਆ ਤੇ ਹਰ ਲੇਜ਼ਰ ਵਾਲਾ ਘੱਟ ਰੇਟ ਲੈ ਰਿਹਾ। 2500 ਚ ਕੋਈ 2000 ਦੇ ਵਿੱਚ ਕਰੀ ਜਾਂਦਾ ਆ, ਸਾਡੀ ਸਮਝ ਚ ਨਹੀਂ ਹੁੰਦਾ। ਅਸਾਂ ਹੁਣ ਅੱਜ ਕੱਲ ਨਹੀਂ ਕਰੀਦਾ, ਅਸਾਂ ਆਪਣੇ ਜ਼ਿਮੀਦਾਰ ਨੂੰ ਜ਼ਿਆਦਾ ਨਾ ਤਰਜੀਹ ਦਿੰਦੇ। ਹਾਂਜੀ, ਉਹਦੀ ਵਜ੍ਹਾ ਤੋਂ ਅਸਾਂ ਜਦੋਂ ਕਿਤੇ ਫ੍ਰੀ ਹੋਈਦਾ ਤੇ ਉਦੋਂ ਚੱਲ ਜਾਈਦਾ, ਨਹੀਂ ਤੇ ਆਪਣਾ ਜ਼ਿਮੀਦਾਰ ਹੀ ਕਰੀਦਾ ਬਸ। ਠੀਕ ਹੋ ਗਿਆ ਭਾਈ ਅਜਮਲ, ਤੁਸੀਂ ਸਾਨੂੰ ਟਾਈਮ ਦਿੱਤਾ, ਬੜੀ ਮਿਹਰਬਾਨੀ ਜੀ, ਸ਼ੁਕਰੀਆ। ਕੋਈ ਗੱਲ ਨਹੀਂ ਭਾਈ, ਕੋਈ ਗੱਲ ਨਹੀਂ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਕਰੋ ਜੀ ਆਪਣਾ ਕੰਮ ਸ਼ੁਰੂ। ਹੋ ਗਿਆ ਜੀ, ਸਾਨੂੰ ਨਾਲੇ ਵਿਖਾਓ, ਅਸੀਂ ਤੁਹਾਡਾ ਚੈੱਕ ਕਰਦੇ ਹਾਂ ਲੈਵਲ ਹੋਇਆ ਕਿਸ ਤਰ੍ਹਾਂ ਕਰਦੇ ਹੋ। ਭਾਈ ਅਜਮਲ ਨੇ ਸਾਨੂੰ ਲੇਜ਼ਰ ਕਰਾ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਤੇ ਹੁਣ ਦੇਖਦੇ ਹਾਂ ਭਾਈ ਅਜਮਲ ਕਿਸ ਤਰ੍ਹਾਂ ਲੇਜ਼ਰ ਕਰਦੇ ਨੇ। ਅਗਰ ਤੁਸੀਂ ਵੀ ਕੋਈ ਲੇਜ਼ਰ ਕਰਵਾਉਣਾ ਹੋਵੇ ਤੇ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ, ਜਾਂ ਕੋਈ ਵੀ ਮਸਲਾ ਮਸਾਇਲ ਹੋਵੇ ਤੇ ਇਹਨਾਂ ਨਾਲ ਫੇਰ ਵੀ ਰਾਬਤਾ ਕਰ ਸਕਦੇ ਹੋ ਲੇਜ਼ਰ ਦੇ ਮੁਤਲਕ। ਕਿਉਂਕਿ ਭਾਈ ਅਜਮਲ ਨੂੰ ਤਕਰੀਬਨ 15 ਸਾਲ ਹੋ ਗਏ, ਇਹਨਾਂ ਦਾ ਇਸ ਦੇ ਵਿੱਚ ਐਕਸਪੀਰੀਅੰਸ ਔਰ ਤਜਰਬਾ ਬਹੁਤ ਜ਼ਿਆਦਾ ਹੈ। ਵੇਖੋ ਜੀ ਭਾਈ ਉਹਨੇ ਕਿਸ ਤਰ੍ਹਾਂ ਲੈਵਲ ਕਰ ਰਹੇ, ਮਾਸ਼ਾਅੱਲਾ ਬੜਾ ਜ਼ਬਰਦਸਤ ਲੈਵਲ ਕੀਤਾ ਹੋਇਆ, ਬਿਲਕੁਲ ਹਮਵਾਰ ਹੈ। ਦੂਸਰਾ ਟਰੈਕਟਰ ਵਾਲਾ ਭਾਈ ਹਲ ਚਲਾਈ ਜਾ ਰਿਹਾ ਹੈ, ਇਹ ਉਸ ਜਗ੍ਹਾ ਤੇ ਹਲ ਚਲਾਉਂਦਾ ਜਿੱਥੇ ਜ਼ਮੀਨ ਸਖਤ ਹੈ ਤਾਂ ਕਿ ਲੇਜ਼ਰ ਵਾਲੇ ਨੂੰ ਮੁਸ਼ਕਲ ਪੇਸ਼ ਨਾ ਆਵੇ। ਜਿੰਨੇ ਵੀ ਜ਼ਿਮੀਂਦਾਰ ਭਾਈ ਦੇਖ ਰਹੇ ਆ, ਕੋਸ਼ਿਸ਼ ਕਰਿਆ ਕਰਨ ਕਿ ਥੋੜ੍ਹੀ ਹੈ ਚਾਹੇ ਜ਼ਿਆਦਾ ਜ਼ਮੀਨ, ਆਪਣੀ ਜ਼ਮੀਨ ਨੂੰ ਲੈਵਲ ਜਾਂ ਹਮਵਾਰ ਲਾਜ਼ਮੀ ਕਰਾਇਆ ਕਰਨ। ਇਹਦੇ ਨਾਲ ਇਨਸ਼ਾਅੱਲਾ ਉਹਨਾਂ ਦੀ ਫਸਲ ਵੀ ਜ਼ਿਆਦਾ ਹੋਏਗੀ। ਪੂਰੀ ਵੀਡੀਓ ਵੇਖਣ ਵਾਸਤੇ ਸ਼ੁਕਰੀਆ। ਸਬਸਕ੍ਰਾਈਬ ਔਰ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰਿਆ ਕਰੋ ਤਾਂ ਕਿ ਹਰ ਨਈ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਮਿਲਦੇ ਹਾਂ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।